अस्सलाम वालेकुम दोस्तों, उम्मीद करदा खैर तो नाल तुसीं अज दी वीडियो तकरीबन 5 किलो वाट क्योंकि 8 प्लेटां वा 610 वाट दियां ते तुसीं हाइट वेखदे हो ते उत्ते चढ़ के बस हो गई। प्लेटां भी आप चाढ़नियां पईयां ते एह्दी वीडियो बना रहा नाल तुहानूं दस्सांगा की नुकसान की फायदे ते की होया ते की नहीं होया। ਜਿਹੜੀ ਆ प्लेटां ਦਾ ਸਾਰਾ ਮੁਆਇਨਾ ਕਰਨ ਤੋਂ ਬਾਅਦ ਜਿੱਥੋਂ ਤੱਕ ਮੈਨੂੰ ਸ਼ੱਕ ਪਿਆ प्लेटां 2 ਨੰਬਰ ਸੀ, ਲੇਕਿਨ ਕਿਉਂਕਿ ਮੈਂ ਨਹੀਂ ਪਰਚੇਜ਼ ਕੀਤੀਆਂ, ਕਸਟਮਰ ਨੇ ਸਟੈਂਡ ਖੁਦ ਪਰਚੇਜ਼ ਕੀਤਾ। प्लेटां हर A to Z ਚੀਜ਼ ਸਾਰੀ ਲੈ ਕੇ ਖੁਦ ਆਇਆ। ਕੁਛ ਸਮਾਨ ਹੀ ਜ਼ਿਆਦਾਤਰ ਸਮਾਨ ਪਹਿਲੇ ਲੈ ਆਇਆ ਸੀ ਤੇ ਨਟ ਬੋਲਟ ਕਾਬਲੇ ਟੇਪਾਂ ਟਾਈਆਂ ਵਗੈਰਾ ਇਹ ਅਸੀਂ ਹੁਣ ਦਿੱਤੀਆਂ। ਆਹ ਸਟੀਕਰ ਲੱਗਾ ਜਿੰਕੋ ਦਾ, ਠੀਕ ਹੈ, 610 ਵਾਟ 48 ਵੋਲਟ ਤੇ 40 ਵੋਲਟ ਦੇ। ਇਹ ਤੁਹਾਨੂੰ ਮੈਂ ਓਪਨ ਵੋਲਟੇਜ ਤੇ ਸ਼ਾਰਟ ਸਰਕਟ ਵੋਲਟੇਜ ਦੱਸੇ ਆ, ਲੇਕਿਨ ਵੋਲਟੇਜ ਜ਼ਿਆਦਾ ਹੁੰਦੇ ਆ ਕਿਉਂਕਿ ਪਲੇਟ ਵੱਡੀ ਆ 610 ਵਾਟ ਆ। ਇਹਦੇ ਵੋਲਟੇਜ ਜ਼ਿਆਦਾ ਹੋਣੇ, ਘੱਟੋ ਘੱਟ 55 ਵੋਲਟੇਜ ਆਉਂਦੇ ਇਹਦੇ ਓਪਨ ਸਰਕਟ ਤੇ ਕਲੋਜ਼ ਸਰਕਟ ਘੱਟ ਜਾਂਦੇ ਆ। ਤੇ ਇਹਦਾ ਰੌਲਾ ਇਹ ਬਣ ਗਿਆ ਕਿ ਹਜੇ ਤਕਰੀਬਨ ਧੁੱਪ ਕਾਫੀ ਪਈ ਸੀ ਤੇ ਪਲੇਟਾਂ ਦੇ ਉੱਪਰ ਛਾਂ ਆ ਗਈ ਸੀਗੀ ਤੇ ਇਹਦਾ ਹੁਣ ਰੌਲਾ ਪੈ ਗਿਆ ਸੀਗਾ। ਇਸ ਤਰ੍ਹਾਂ ਪਿਆ ਕਿ ਉਹਨਾਂ ਨੂੰ ਅਸੀਂ ਦੱਸਤਾ ਭਾਈ ਤੁਹਾਡਾ ਇੰਨੇ ਵੇ ਲੋਡ ਘੱਟ ਚੈੱਕ ਕਰਨਾ। ਇਹ ਗੱਲਾਂ ਤੁਹਾਨੂੰ ਦੱਸਦੀਆਂ। ਜਿਹੜੇ ਦੋਸਤ ਬਾਬ ਚੈਨਲ 'ਤੇ ਨਵੇਂ ਉਹ ਸਬਸਕ੍ਰਾਈਬ ਕਰਿਓ, ਲਾਈਕ ਕਰਿਓ ਵੀਡੀਓ ਨੂੰ ਅਤੇ ਕਮੈਂਟ ਕਰਿਓ ਅਗਰ ਕੋਈ ਕਮੀ ਬਚੀ ਹੈ। ਅਤੇ ਸਟੈਂਡ ਵਗੈਰਾ ਸਾਡੇ ਓਕੇ ਸੀ, ਹਰ ਸ਼ਾਇਦ ਕਰ ਬੈਠੀ ਆ ਅਤੇ ਮਗਰ ਮੌਸਮ ਹਨੇਰੀ ਦਾ ਬਣ ਗਿਆ ਸੀਗਾ। ਆ ਤੁਸੀਂ ਦੇਖ ਸਕਦੇ ਹੋ ਘਰ ਤੋਂ ਬਾਹਰ ਉੱਡ ਰਹੀ ਆ। ਇਹ ਉਹਨਾਂ ਦਿਨਾਂ ਦੀ ਹਨੇਰੀ ਆ ਜਿਨ੍ਹਾਂ ਦਿਨਾਂ 'ਚ ਪੂਰੇ ਓਵਰਆਲ ਪਾਕਿਸਤਾਨ 'ਚ ਬਹੁਤ ਜ਼ਿਆਦਾ ਤਬਾਹੀ ਮਚੀ ਫੱਲੀ ਸੀ ਦੀ ਵਜ੍ਹਾ ਤੋਂ। ਅਤੇ ਅਸੀਂ ਹੁਣ ਬੈਠੇ ਇੰਤਜ਼ਾਰ ਕਰਦੇ ਪਏ, ਬਾਕੀ ਕੋਈ ਕੰਮ ਫਾਈਂਡ ਅਪ ਕਰਤਾ ਸਾਰੇ ਅਤੇ ਹਨੇਰੀ ਅਤੇ ਬਹੁਤ ਚੀਜ਼ਾਂ। ਹੁਣ ਇਹਨਾਂ ਨੂੰ ਅਸੀਂ ਅਗਲਾ ਮਸ਼ਵਰਾ ਦਿੱਤਾ, ਤੁਸੀਂ ਕਸਟਮਾਈਜ਼ ਸਟਰਕਚਰ ਬਣਾ ਲਓ, ਠੀਕ ਆ। ਅਗਰ ਛੱਤ ਵੀ ਮਾੜੀ ਸੀਗੀ, TR ਗੱਡ ਦੀ ਛੱਤ ਸੀ ਜਿਹਦਾ ਕਰਕੇ ਮਸਲਾ ਆ ਰਿਹਾ ਸੀ, ਫਿਰ ਅਸੀਂ ਇਸੇ ਸਟੈਂਡ ਨੂੰ ਉੱਚਾ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਪਲੇਟਾਂ ਵਗੈਰਾ ਸਾਰੀਆਂ ਖੋਲ੍ਹਤੀਆਂ ਦੁਬਾਰਾ। ਅਗਲੇ ਦਿਨ ਆ ਕੇ ਧੁੱਪ ਦੀ ਕੰਡੀਸ਼ਨ ਦੱਸ ਰਹੀ ਆ, ਅਸੀਂ ਅਗਲੇ ਦਿਨ ਫਿਰ ਆਏ ਦੁਬਾਰਾ, ਸਾਰੀਆਂ ਪਲੇਟਾਂ ਖੋਲ੍ਹੀਆਂ ਵਾ ਅਤੇ ਇਹਨੂੰ ਅਸੀਂ ਕਰ ਰਹੇ ਹਾਂ ਉੱਚਾ। ਆਹ ਤੁਸੀਂ ਦੇਖ ਸਕਦੇ ਅੱਗਿਓਂ ਅਸੀਂ ਕੀਤਾ 4 ਫੁੱਟ, ਪਿੱਛੋਂ ਕੀਤਾ 6 ਫੁੱਟ, ਦਰਮਿਆਨ 'ਚੋਂ ਕੀਤਾ 4.5 ਫੁੱਟ ਤੋਂ ਉੱਪਰ ਥੋੜ੍ਹਾ ਜਿਹਾ, ਤਾਂ ਕਿ ਜਿਹੜੀ ਆ ਦੀਵਾਰ ਦਾ ਪਰਛਾਵਾਂ ਉਹ ਟਾਈਮ ਤੋਂ ਪਹਿਲੇ ਨਾ ਆਵੇ। ਕਿਉਂਕਿ ਦੀਵਾਰ ਸੀ ਤਕਰੀਬਨ 3.5 ਫੁੱਟ, ਅਸੀਂ 4 ਫੁੱਟ ਉੱਤੇ ਰੱਖਿਆ। ਹੁਣ ਇਹਨੂੰ ਬਣਵਾਈਆਂ ਥੜੀਆਂ ਕਿਉਂਕਿ ਹਾਈਟ ਜ਼ਿਆਦਾ ਹੋ ਗਈ ਸੀਗੀ। ਥੜੀਆਂ ਬਣਵਾਉਣ ਤੋਂ ਬਾਅਦ ਇਹਦਾ ਐਂਗਲ ਵਗੈਰਾ ਕੱਸਿਆ, ਸਟੈਂਡ ਕੱਸਿਆ ਅਤੇ ਹੁਣ ਬਾਕੀ ਕੰਮ ਰਹਿ ਗਿਆ ਵਾ ਪਲੇਟਾਂ ਦਾ। ਹੁਣ ਪਲੇਟਾਂ ਵਗੈਰਾ ਕੱਸਤੀਆਂ ਸਾਰੀਆਂ। ਪਲੇਟਾਂ ਕੱਸਣ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਕਿ ਛੱਤ ਦੇ ਉੱਪਰ ਬਿਲਕੁਲ 0 ਹਰ ਸ਼ੈ ਆਈ ਆ, ਕੋਈ ਉਨੀ ਕੀ ਨਹੀਂ ਰਹੀ ਪਲੇਟ ਦੀ ਕੱਸਣ ਦੇ ਵਿੱਚ। ਇਹਨੂੰ ਮਜ਼ਬੂਤੀ ਦੇਣ ਵਾਸਤੇ ਆਹ ਖਿੱਚਾਂ ਪਾਈਆਂ ਇਹਦੀ ਬੈਕ ਸਾਈਡ 'ਤੇ, ਕਿਉਂਕਿ ਪਿਛਲੇ ਬੰਨੇ ਖਲਾਸ ਜ਼ਿਆਦਾ ਸੀਗਾ। ਇਸ ਲਈ ਫਿਰ 8 mm ਦੀ ਤਾਰ ਲੈ ਕੇ ਨਾ, ਜਿਹੜੀ ਸਟੀਲ ਦੀ ਤਾਰ ਹੁੰਦੀ ਆ, ਇਹਨੂੰ ਲੈ ਕੇ ਇਹਦੇ ਪਿੱਛੇ ਖਿੱਚਾਂ ਪਾਈਆਂ ਤਾਂ ਕਿ ਦੀਵਾਰ ਦੀਆਂ ਦੇਖ ਸਕਦੇ ਹੋ ਤੁਸੀਂ ਖਿੱਚਾਂ ਪਾ ਕੇ, ਤਾਂ ਕਿ ਇਹਦਾ ਜਿਹੜਾ ਪਿਛਲਾ ਹਵਾ ਦਾ ਪ੍ਰੈਸ਼ਰ ਉਹ ਘੱਟ ਜਾਵੇ। ਕਨੈਕਸ਼ਨ ਵਗੈਰਾ ਸਟਰਿੰਗਾਂ ਵਗੈਰਾ ਹਰ ਸ਼ੈ ਕਰ ਦਿੱਤੀ ਆ ਅਤੇ ਬਿਲਕੁਲ ਪੂਰਾ ਉਹਦੀ ਵਜ੍ਹਾ ਤੋਂ ਖਲਾ ਕੋਈ ਨਹੀਂ ਦੇ ਸਕੇ ਕਿਉਂਕਿ ਜਗ੍ਹਾ ਬਹੁਤ ਥੋੜ੍ਹੀ ਸੀ। ਆ ਗਏ ਥੱਲੇ ਸੀਗਾ ਇਨਵਰਟਰ ਲਾਉਣ ਦੀ ਵਾਰੀ ਆਈ। ਇਸ ਜਗ੍ਹਾ 'ਤੇ ਇਨਵਰਟਰ ਲਾਉਣਾ ਸੀਗਾ। ਇਨਵਰਟਰ ਦੇਸੀ ਆ ਨਾ, ਇਨਵੈਕਸ ਦਾ ਲਿਆਂਦਾ ਇਹਨਾਂ ਨੇ 8 ਕਿਲੋ ਵਾਟ ਦਾ। DBCB ਲੈਣ ਦੀ ਆ ਬ੍ਰੇਕਰ ਲੱਗੇ ਆ, 2 ਪ੍ਰੋਟੈਕਸ਼ਨ ਲਏ ਆ, 2 MCB ਬ੍ਰੇਕਰ, 1 ਚੇਂਜ ਓਵਰ MCB ਚੇਂਜ ਓਵਰ ਅਤੇ ਆ DC ਬ੍ਰੇਕਰ ਲਾਤਾ। ਇਹ ਹਮੇਸ਼ਾ ਤਕਰੀਬਨ ਬਾਹਰ ਹੀ ਲਾਈਦਾ ਤਾਂ ਕਿ ਕਿਉਂਕਿ ਇਹਦੇ 'ਚ ਸਭ ਤੋਂ ਵੱਡੀ ਰੀਜ਼ਨ ਇਹ ਹੈ 1000 ਵੋਲਟ 63 ਐਂਪੀਅਰ ਦਾ ਦੇਣ ਅਤੇ ਨਾ 1000 ਵੋਲਟ ਹੋਣ ਅਤੇ ਨਾ 63 ਐਂਪੀਅਰ ਹੋਣ। ਇਸ ਲਈ ਟਰਿਪ ਕਰਦਾ ਨਹੀਂ, ਇਹਨੂੰ ਅੱਗ ਹੀ ਲੱਗਦੀ ਹੈ ਅਤੇ ਇਸ ਲਈ ਬਾਹਰ ਹੀ ਰੱਖੀਦਾ ਕਿ ਜੋ ਹੋਣਾ ਤੈਨੂੰ ਭਰਾਵਾ ਬਾਹਰ ਹੀ ਹੋਵੇ। ਆਹ ਚੇਂਜ ਓਵਰ ਦੇ ਨਾਲ ਆਊਟਪੁੱਟ ਬ੍ਰੇਕਰ ਡਿਸਪਲੇ 'ਚ ਲੱਗਾ, ਪ੍ਰੋਟੈਕਸ਼ਨ ਬ੍ਰੇਕਰ ਜਿਹੜਾ, ਠੀਕ ਹੈ। ਇਹਦੇ ਨਾਲ ਲੱਗਾ ਆਊਟਪੁੱਟ ਘਰ ਦਾ ਬ੍ਰੇਕਰ। ਆਹ ਲੱਗਾ ਵਾ ਜਿਹੜਾ ਇਨਵਰਟਰ ਦਾ ਬ੍ਰੇਕਰ, ਠੀਕ ਹੋ ਗਿਆ। ਇਹਦੀ ਸੈਟਿੰਗ ਹੈ ਛੋਟੀ ਜਿਹੀ, ਯਾਨੀ ਸੈਟਿੰਗ ਕਰਦੀ ਕਿ ਵਾਪਡਾ ਸ਼ੇਅਰਿੰਗ ਕਰਵਾਉਣੀ ਹੋਵੇ, ਲੇਕਿਨ ਇਨਵਰਟਰ ਦੇ ਵਿੱਚ ਵਾਪਡਾ ਸ਼ੇਅਰਿੰਗ ਨਹੀਂ ਹੈਗੀ, ਤੁਹਾਨੂੰ ਮੈਂ ਦੱਸ ਦਿੰਦਾ। ਅਤੇ ਇਹਦੀ ਸ਼ੇਅਰਿੰਗ ਦੇ ਵਾਸਤੇ ਸਿਰਫ ਵਾਪਡਾ ਦਾ ਮੁਕੰਮਲ ਲੋਡ ਸ਼ਿਫਟ ਹੁੰਦਾ, ਯਾਨੀ ਹਰ ਇਨਵਰਟਰ ਦੀ ਆਪਣੀ ਸੈਟਿੰਗ ਆ। ਤੁਹਾਨੂੰ ਮੈਂ ਉਹ ਵੀ ਦਿਖਾਉਂਦਾ, ਯਾਨੀ ਪਹਿਲਾ ਚੇਂਜ ਓਵਰ ਸੀਗਾ, ਦੂਸਰਾ ਪ੍ਰੋਟੈਕਸ਼ਨ ਰਿਲੇ ਆਊਟਪੁੱਟ ਦੀ, ਤੀਸਰਾ ਮੇਨ ਵਾਪਡਾ ਦਾ ਬ੍ਰੇਕਰ, ਚੌਥਾ ਅਤੇ ਪੰਜਵਾਂ ਬ੍ਰੇਕਰ ਜਿਹੜਾ ਸੀ ਇਨਵਰਟਰ ਦਾ ਸੀ। ਕਿੰਨਾ ਲੋਡ ਗੁਜ਼ਰ ਰਿਹਾ, ਕੀ ਹਿਸਾਬ ਕਿਤਾਬ, ਅਗਰ ਇਹਨੂੰ ਵਾਪਡਾ ਦੇਣੀ ਪਈ ਤਾਂ। ਹੁਣ ਅੱਗੇ ਗੱਲ ਕਰਦੇ ਇਨਵਰਟਰ ਦੀ। ਇਨਵਰਟਰ ਦੇ ਵਿੱਚ ਤਾਰਾਂ ਲਾਤੀਆਂ ਵਾ ਅਤੇ ਔਨ ਕਰਤਾ, ਲੇਕਿਨ ਇਨਵਰਟਰ ਔਨ ਨਹੀਂ ਹੋਇਆ। ਉਹਦੀ ਵਜ੍ਹਾ ਇਹ ਬਣੀ ਕਿ ਜਿਹੜੀ ਉਹਨੇ ਸੈਟਿੰਗ ਕਰਕੇ ਭੇਜੀ ਸੀ ਦੁਕਾਨ ਤੋਂ, ਉਹ ਸੀ 8 ਪਲੇਟਾਂ ਦੀ। 8 ਪਲੇਟਾਂ ਦੇ ਹਿਸਾਬ ਨਾਲ ਉਹਨੇ ਤਕਰੀਬਨ 400 ਵੋਲਟ ਦੀ ਸੈਟਿੰਗ ਕੀਤੀ ਕਿ 400 ਵੋਲਟ ਤੋਂ ਸਟਾਰਟ ਹੋਣਾ, ਲੇਕਿਨ ਸਾਡੀਆਂ ਪਲੇਟਾਂ ਦੇ ਵੋਲਟੇਜ ਆਈ 350, ਇਸ ਲਈ ਔਨ ਹੀ ਨਹੀਂ ਹੋਇਆ। ਇਹਨੂੰ ਫਿਰ ਅਸੀਂ ਹੁਣ ਵਾਪਡਾ ਦੇ ਕੇ ਔਨ ਕਰਵਾਇਆ। ਆ ਦੇਖੋ ਪਹਿਲਾਂ ਡਿਸਪਲੇ ਸੀ ਔਨ ਗ੍ਰਿਡ ਦਾ, ਹੁਣ ਆਇਆ ਵਾ ਆਫ ਗ੍ਰਿਡ। ਉਹ 'ਚ ਅਸੀਂ ਸੈਟਿੰਗ ਕੀਤੀ ਇਹਦੀ ਘਟਾਈ, ਪਲੇਟਾਂ ਦੇ ਵੋਲਟੇਜ ਘਟਾਏ। ਤੁਹਾਨੂੰ ਵੀ ਸੈਟਿੰਗ ਦੱਸ ਦਿਓ ਕਿਸ ਤਰ੍ਹਾਂ ਕਰੀਦੀ ਹੈ ਇਹ ਦੇਸੀ ਇਨਵਰਟਰ ਦੀ ਸੈਟਿੰਗ। ਹੁਣ ਇਸ ਟਾਈਮ ਜਿਹੜਾ ਲੋਡ ਚੱਲ ਰਿਹਾ ਸੋਲਰ 'ਤੇ ਚੱਲ ਰਿਹਾ ਅਤੇ 4 ਤੋਂ 5 ਦਾ ਟਾਈਮ ਆ ਤਕਰੀਬਨ। ਹੁਣ ਆਹ ਲੋਡ ਸ਼ਿਫਟ ਹੋ ਗਿਆ ਵਾਪਡਾ ਦਾ, ਠੀਕ ਆ।
ਆ ਲੋਡ ਸ਼ਿਫਟ ਹੋ ਕੇ ਤੇ ਗ੍ਰਿਡ ਔਨ ਹੋ ਗਿਆ। ਯਾਨੀ ਇਹਦੀ ਖਸੂਸੀਅਤ ਕਹਿ ਲਓ ਜਾਂ ਖਾਮੀ, ਇਹ ਤੁਸੀਂ ਦੱਸਣਾ ਕਿ ਲੋਡ ਇਹਨੇ ਵਾਪੜਾ ਸ਼ੇਅਰਿੰਗ ਨਹੀਂ ਕਰਵਾਈ, ਮੁਕੰਮਲ ਦਾ ਮੁਕੰਮਲ ਹੀ ਲੋਡ ਸ਼ਿਫਟ ਕਰਵਾਤਾ। ਉਸ ਤੋਂ ਬਾਅਦ ਹੁਣ ਅਸੀਂ ਆਪਣਾ ਲੋਡ ਘਟਾਇਆ, ਲੋਡ ਜੀ ਸਾਡੇ ਘਟ ਗਿਆ ਵਾ ਤੇ ਦਰਮਿਆਨ 'ਚ, ਠੀਕ ਆ, ਯਾਨੀ ਦਰਮਿਆਨ ਵਾਲਾ ਖਾਨਾ ਉੱਪਰਲੇ 2 ਖਾਨੇ ਛੱਡ ਕੇ, ਦਰਮਿਆਨ ਵਾਲੇ 2 ਖਾਨੇ ਛੱਡ ਕੇ, ਤੇ ਜਿੱਥੇ ਇੱਕ ਲਿਖਿਆ ਆਇਆ ਵਾ ਵੇਟਿੰਗ ਟਾਈਮ ਇਹਦਾ ਆ ਰਿਹਾ। ਵੇਟਿੰਗ ਟਾਈਮ ਤੋਂ ਮੁਰਾਦ ਕਿ ਇੰਨੇ ਟਾਈਮ ਤੋਂ ਬਾਅਦ ਦੁਬਾਰਾ ਇਹਨੇ ਸੋਲਰ ਵਾਲ ਸ਼ਿਫਟ ਹੋਣਾ, ਕਿਉਂਕਿ ਲੋਡ ਸਾਡਾ ਘਟ ਗਿਆ। ਲੋਡ ਸਾਡਾ ਗਿਆ ਤਕਰੀਬਨ 1800-1900 ਵਾਟ ਤੱਕ ਗਿਆ ਵਾ 5 ਵਜੇ। ਹੁਣ ਉਹ 10 ਮਿੰਟ ਤੱਕ ਚੱਲ ਗਿਆ, ਲੇਕਿਨ ਜਦੋਂ ਅਸੀਂ ਸੈਟਿੰਗ ਖੋਲ੍ਹੀ, ਸੈਟਿੰਗ ਦੇ ਵਿੱਚ ਸੀਗਾ 20 ਮਿੰਟ। ਠੀਕ ਹੈ, ਤੁਹਾਨੂੰ ਮੈਂ ਸੈਟਿੰਗ ਖੋਲ੍ਹ ਕੇ ਦਿਖਾਉਂਦਾ ਹੁਣ। ਦੁਬਾਰਾ ਸ਼ਿਫਟ ਹੋ ਗਿਆ, ਇਹਦਾ ਡਿਸਪਲੇ ਚੇਂਜ ਦਾ ਆਹ ਵਾ ਸੈਟਿੰਗ ਦਾ ਬਟਨ ਦਬਾ ਕੇ ਰੱਖਣਾ ਅਤੇ ਪ੍ਰੋਗਰਾਮ ਮੈਨੂ ਪੇਜ 1 ਵਗੈਰਾ ਆ ਜਾਂਦਾ। ਇਹਦੇ ਉੱਪਰ ਇੰਟਰ ਲੋ ਵੋਲਟੇਜ ਲਿਮਿਟ ਲਿਖੀ, ਕਿੰਨੇ ਤੇ ਤੱਕ ਤੁਸੀਂ ਜਾ ਸਕਦੇ। ਅਸੀਂ 250 ਬਾਅਦ 'ਚੋਂ ਕੀਤੀ, 100 ਤੋਂ 250 ਤੱਕ। ਠੀਕ ਆ, ਆਹ ਇੰਟਰਸਟਿੰਗ ਵੋਲਟੇਜ ਲਿਮਿਟ ਆ, ਯਾਨੀ ਕਿ ਵੋਲਟੇਜ ਹਾਈ ਲਿਮਿਟ ਕਿੰਨੀ ਇਹਦੀ 150 160 ਤੋਂ ਸਟਾਰਟ ਹੁੰਦੀ ਆ, ਉਹ ਤੁਸੀਂ ਕਰਨੀ ਆ। ਫਿਰ ਪ੍ਰੈਸ ਕਰਨਾ, ਅਗਲੀ ਸੈਟਿੰਗ ਆ ਗਈ ਹੈ ਕਿ ਇੰਟਰ ਡਿਊਰੇਸ਼ਨ ਟਾਈਮ ਜਿਹੜਾ ਕਿੰਨਾ ਵਾ ਇਹਦਾ, ਉਹ ਅਸੀਂ 20 ਮਿੰਟ ਸੀ, ਅਸੀਂ 5 ਮਿੰਟ ਕੀਤਾ ਇਹਦਾ, ਕਿ 5 ਮਿੰਟ ਬਾਅਦ ਲੋਡ ਸ਼ਿਫਟ ਹੋਏ। ਯਾਨੀ ਕਿ ਸੈਂਸ ਕਰਦਾ ਨਾ ਧੁੱਪ ਬੱਦਲ ਵਗੈਰਾ ਜ਼ਿਆਦਾ ਦੇਰ ਵਾਸਤੇ ਟਿਕ ਜਾਏਗਾ ਨਹੀਂ, ਲੇਕਿਨ ਸਭ ਤੋਂ ਜ਼ਿਆਦਾ ਟਾਈਮ ਇਹਦਾ 20 ਮਿੰਟ ਆ। ਅਗਲੀ ਸੈਟਿੰਗ 'ਚ ਆ ਗਿਆ ਆਊਟਪੁੱਟ ਲੋਡ ਕਿੰਨੇ ਅੰਪੇਅਰ ਆ, ਇਹਦਾ ਵਾ ਲੋਡ 18 ਅੰਪੇਅਰ ਤੇ ਸੈੱਟ ਕੀਤਾ। ਤੁਸੀਂ ਆਪਣਾ ਘੱਟ ਕਰ ਸਕਦੇ ਹੋ ਤਾਂ ਕਿ ਜਿੰਨੀਆਂ ਤੁਹਾਡੀਆਂ ਪਲੇਟਾਂ ਨਾ ਉਸ ਹਿਸਾਬ ਨਾਲ ਸੈੱਟ ਕਰ ਸਕਦੇ, ਤਾਂ ਕਿ ਤੁਹਾਡਾ ਉੱਧਰ ਨਾ ਪਵੇ। ਇਹ ਚੀਜ਼ ਸੀ। ਪੰਜਵਾਂ ਆ ਗਿਆ ਵਾ ਇਹਦਾ ਸਵਿਚ ਚੇਂਜ ਮੂਡ ਆਫ ਕਰਨ ਵਾਸਤੇ, ਸੈਟਿੰਗ ਚੇਂਜ ਕਰਨ ਵਾਸਤੇ। ਇਹਦਾ ਸੈਟਿੰਗਾਂ ਦਾ ਤਰੀਕਾ ਇਸ ਟਾਈਮ ਜਿਹੜਾ ਪੈਰਾਮੀਟਰ ਚੱਲ ਰਿਹਾ ਤੁਸੀਂ ਦੇਖ ਸਕਦੇ, ਇਹ ਵਾ ਸੋਲਰ ਦਾ। ਜੋ ਸੋਲਰ 'ਤੇ ਚੱਲਣਾ ਉਹਨੇ ਇਸ ਤਰ੍ਹਾਂ ਚੱਲਣਾ। ਆਹ ਡਿਸਪਲੇ ਆ, ਇਹਦਾ ਲੋਡ ਚੱਲ ਰਿਹਾ, ਆਹ ਚੀਜ਼ ਬਣਿਆ ਵਾ, ਤੁਹਾਨੂੰ ਮੈਂ ਦਿਖਾਉਣਾ ਕਲੋਜ਼ ਕਰਕੇ। ਬਾਕੀ ਉਮੀਦ ਆ ਵੀਡੀਓ ਅੱਛੀ ਲੱਗੀ ਹੋਏਗੀ। ਚੈਨਲ ਨੂੰ ਕਰਿਓ ਸਬਸਕ੍ਰਾਈਬ, ਲਾਈਕ ਕਮੈਂਟ ਲਾਜ਼ਮੀ ਕਰਿਓ। ਠੀਕ ਆ, ਹੁਣ ਇਸ ਟਾਈਮ ਜਿਹੜੇ ਵਾਟ ਵਗੈਰਾ ਚੱਲ ਰਹੇ ਆ, ਇਕੱਲੇ ਵਾਟ ਵੋਲਟੇਜ ਤੁਹਾਨੂੰ ਮੈਂ ਕਲੋਜ਼ ਕਰਕੇ ਦਿਖਾਉਣਾ ਥੋੜ੍ਹਾ ਜਿਹਾ। ਆਹ ਦੇਖਣਾ ਉੱਪਰ ਜਿਹੜੇ PVN ਪੁੱਟ ਆ 222-23 ਵੋਲਟ ਆ, ਅੰਪੇਅਰ 6 ਆ, ਵੋਲਟ 220 ਆ, 9 ਅੰਪੇਅਰ SM ਚੱਲ ਰਿਹਾ। ਠੀਕ ਆ, ਲੋਡ ਤੇ ਹਜੇ ਵੀ ਸ਼ਾਮ ਦਾ ਟਾਈਮ ਆ, ਕਿਉਂਕਿ ਸਾਰਾ ਦਿਨ ਕੰਮ ਕੀਤਾ, ਸ਼ਾਮ ਦਾ ਟਾਈਮ ਆ। ਆਹ ਲੋਡ ਆ, ਇਹਨੇ ਤੁਸੀਂ ਦੇਖ ਸਕਦੇ ਹੋ 2600-2700 ਵਾਟ ਤੱਕ ਸੋਲਰ ਦਾ ਲੋਡ ਗਿਆ ਵਾ। ਅਤੇ ਵਾਪਸੀ ਹੁਣ ਲੋਡ ਘੱਟ ਵਾ। ਅਤੇ ਮਿਲਾਂਗੇ ਆਪਾਂ ਨੈਕਸਟ ਵੀਡੀਓ 'ਚ ਇਸ ਤਰ੍ਹਾਂ ਦੀ ਡਿਟੇਲ ਵੀਡੀਓ ਫਿਰ ਲੈ ਕੇ ਆਵਾਂਗੇ। ਅਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ, ਲਾਈਕ ਕਰਿਓ। ਅੱਲਾ ਖੈਰ ਰੱਖੇ, ਰੱਬ ਰਾਖਾ।